कतक कर्म कमावणे दोष ना काहू जोग। ਸਾਹਿਬ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਰਮਾਂ ਦੀ ਗੱਲ ਕੀਤੀ ਹੈ, ਕਰਮਾਂ ਰੂਪੀ ਬੀਜ ਦੀ ਗੱਲ ਕੀਤੀ ਹੈ। ਭਾਈ ਜਿਸ ਤਰ੍ਹਾਂ ਦਾ ਵੀ ਤੂੰ ਬੀਜ ਬੀਜੇਗਾ ਉਸ ਤਰ੍ਹਾਂ ਦਾ ਹੀ ਤੈਨੂੰ ਫਲ ਪ੍ਰਾਪਤ ਹੋਣਾ ਹੈ। ਜਾਂ ਤੈਨੂੰ ਜਿਹੜਾ ਵੀ ਫਲ ਪ੍ਰਾਪਤ ਹੋਇਆ ਹੈ, ਜੀਵਨ ਵਿੱਚ ਦੁੱਖ ਹੈ ਸੁੱਖ ਹੈ, ਉਹ ਭਾਈ ਤੇਰੇ ਆਪਣੇ ਬੀਜੇ ਹੋਏ ਬੀਜ ਅਨੁਸਾਰ ਹੈ। ਜੇ ਚੰਗਾ ਬੀਜ ਬੀਜਿਆ ਭਾਈ ਉਹਦਾ ਫਲ ਵੀ ਤੈਨੂੰ ਚੰਗਾ ਹੀ ਪ੍ਰਾਪਤ ਹੋਇਆ ਹੈ। ਜੇਕਰ ਜੀਵਨ ਵਿੱਚ ਕਿਤੇ ਦੁੱਖ ਹੈ, ਗੁਰੂ ਸਾਹਿਬ ਆਖਦੇ ਨੇ ਭਾਈ ਉਹ ਬੀਜ ਤੇਰੇ ਕੋਲੋਂ ਕਿਤੇ ਨਾ ਕਿਤੇ ਮਾੜਾ ਬੀਜਿਆ ਗਿਆ। ਕਿਉਂਕਿ ਬਚਨ ਆਪਾਂ ਪੜ੍ਹਦੇ ਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੈ ਅਵਰਜਣਾ। ਪਰ ਗੱਲ ਇਹ ਹੈ ਜੇ ਤਾਂ ਜੀਵਨ ਵਿੱਚ ਸੁੱਖ ਹੈ ਤੇ ਮਨੁੱਖ ਬੜਾ ਖੁਸ਼ ਰਹਿੰਦਾ ਹੈ, ਤੇ ਇੰਨਾ ਖੁਸ਼ ਰਹਿੰਦਾ ਵੀ ਕਈ ਵਾਰ ਪ੍ਰਮਾਤਮਾ ਨੂੰ ਹੀ ਭੁੱਲ ਬਹਿੰਦਾ ਹੈ ਵੀ ਜਿਹੜਾ ਸੁੱਖ ਦੇਣ ਵਾਲਾ ਹੈ। ਜੇ ਜੀਵਨ ਵਿੱਚ ਕਿਤੇ ਦੁੱਖ ਆ ਗਿਆ ਤੇ ਫਿਰ ਇਸ ਦੁੱਖ ਨੂੰ ਲੈ ਕੇ ਜਿੱਥੇ ਦੁਖੀ ਹੁੰਦਾ ਹੈ ਉੱਥੇ ਕਈ ਵਾਰ ਇਸ ਦੁੱਖ ਦਾ ਜਿਹੜਾ ਦੋਸ਼ ਹੈ ਦੂਜਿਆਂ ਦੇ ਸਿਰ ਤੇ ਮੜਨਾ ਸ਼ੁਰੂ ਕਰ ਦਿੰਦਾ ਹੈ। ਇੱਥੋਂ ਤੱਕ ਵੀ ਆਪਾਂ ਕਈ ਵਾਰੀ ਸੁਣਦੇ ਆ ਵੀ ਜੀਵਨ ਵਿੱਚ ਕਿਤੇ ਦੁੱਖ ਆਇਆ ਹੈ ਤੇ ਮਨੁੱਖ ਇੱਥੋਂ ਤੱਕ ਕਹਿਣ ਤੋਂ ਵੀ ਗੁਰੇਜ਼ ਨਹੀਂ ਕਰਦਾ ਵੀ ਪਤਾ ਨਹੀਂ ਪ੍ਰਮਾਤਮਾ ਸਾਡੇ ਨਾਲ ਇਸ ਤਰ੍ਹਾਂ ਕਿਉਂ ਕਰ ਰਿਹਾ ਹੈ, ਸਾਡਾ ਇਮਤਿਹਾਨ ਕਿਉਂ ਲੈ ਰਿਹਾ ਹੈ। ਪਰ ਸੱਚ ਜਾਣਿਓ ਪਰਿਪੂਰਨ ਪ੍ਰਮਾਤਮਾ ਨਾ ਕਿਸੇ ਦਾ ਇਮਤਿਹਾਨ ਲੈਂਦਾ ਹੈ ਤੇ ਨਾ ਹੀ ਕਿਸੇ ਦਾ ਮਾੜਾ ਕਰਦਾ। ਗੱਲ ਆਪਣੇ ਬੀਜੇ ਹੋਏ ਬੀਜਾਂ ਦੀ ਹੈ। ਸੱਚਾਈ ਇਹ ਹੈ ਵੀ ਜੇ ਜ਼ਮੀਨ ਵਿੱਚ ਘਾਹ ਵੀ ਜੰਮਦਾ ਹੈ ਨਾ, ਉਹਦਾ ਵੀ ਪਹਿਲਾਂ ਕਿਤੇ ਨਾ ਕਿਤੇ ਬੀਜ ਮੌਜੂਦ ਸੀ ਜ਼ਮੀਨ ਦੇ ਅੰਦਰ। ਮੀਂਹ ਪਿਆ ਤੇ ਘਾਹ ਉੱਗ ਪਿਆ, ਬਿਨਾਂ ਬੀਜ ਤੋਂ ਤਾਂ ਘਾਹ ਨਹੀਂ ਉੱਗਦਾ। ਤੇ ਦੂਜਾ ਇਸ ਗੱਲ ਨੂੰ ਜੇ ਹੋਰ ਸੌਖਾ ਕਰਕੇ ਸਮਝਣਾ ਹੋਵੇ, ਜਿਵੇਂ ਹੁਣ ਕਿਸਾਨ ਹੁਣ ਝੋਨੇ ਦੀ ਫਸਲ ਵੱਢ ਰਿਹਾ ਹੈ, ਬੀਜਿਆ ਝੋਨਾ ਹੈ, ਤੇ ਕਿਸਾਨ ਕਦੇ ਵੀ ਆਪਣੇ ਮਨ ਅੰਦਰ ਇਹ ਗੱਲ ਨਹੀਂ ਸੋਚ ਸਕਦਾ ਵੀ ਮੈਂ ਝੋਨਾ ਬੀਜਿਆ ਤੇ ਫਸਲ ਮੈਂ ਕਣਕ ਦੀ ਵੱਢਾਂਗਾ। ਕਿਉਂਕਿ ਉਹਨੂੰ ਸਮਝ ਹੈ ਵੀ ਜੇ ਝੋਨਾ ਬੀਜਿਆ ਤੇ ਫਸਲ ਝੋਨੇ ਦੀ ਹੀ ਮੈਂ ਵੱਢਾਂਗਾ, ਕਣਕ ਦੀ ਨਹੀਂ ਵੱਢ ਸਕਦਾ। ਪਰ ਮਨੁੱਖ ਨੂੰ ਪ੍ਰਮਾਤਮਾ ਨੇ ਸਮਝਦਾਰ ਬਣਾਇਆ ਹੈ। ਜਿਹਾ ਬੀਜਿਆ ਸੋ ਲੁਣੈ ਕਰਮ ਸੰਦੜਾ ਖੇਤ। ਪਰ ਮਨੁੱਖ ਜਾਣ ਬੁੱਝ ਕੇ ਔਗਣ ਕਰਦਾ ਹੈ। ਕਿਉਂਕਿ ਵਚਨ ਆਉਂਦਾ ਹੈ, ਕਬੀਰ ਮਨ ਜਾਣੈ ਸਭ ਬਾਤ, ਜਾਣਤ ਹੀ ਔਗਣ ਕਰੈ, ਕਾਹੇ ਕੀ ਕੁਸਲਾਤ, ਹਾਥ ਦੀਪ ਕੁਏ ਪਰੈ। ਵੀ ਮਨ ਸਭ ਕੁਝ ਜਾਣਦਾ ਹੈ, ਮਨੁੱਖ ਨੂੰ ਸਮਝ ਹੈ ਵੀ ਭਾਈ ਮਾੜੇ ਬੀਜ ਨਹੀਂ ਬੀਜਣੇ। ਗੁਰੂ ਸਾਹਿਬ ਨੇ ਵਰਜਿਆ ਵੀ ਮਾੜਾ ਕਰਮ ਨਾ ਕਰ, ਮਾੜੇ ਬੀਜ ਨਾ ਬੀਜ ਭਾਈ, ਵੀ ਤੈਨੂੰ ਫਲ ਖਾਣਾ ਔਖਾ ਹੋ ਜੇ। ਫਿਰ ਤੂੰ ਲੋਕਾਂ ਦੇ ਸਿਰ ਤੇ ਦੂਜਿਆਂ ਦੇ ਸਿਰ ਤੇ ਦੋਸ਼ ਮੜਦਾ ਫਿਰੇਗਾ। ਵੀ ਕਰਮ ਚੰਗੇ ਕਰ ਵੀ ਫਲ ਤੈਨੂੰ ਚੰਗਾ ਪ੍ਰਾਪਤ ਹੋਵੇ। ਪਰ ਮਨੁੱਖੀ ਸੁਭਾਅ ਹੀ ਐਸਾ ਹੈ। ਬਚਨ ਆਪਾਂ ਅਨੇਕਾਂ ਵਾਰ ਪੜ੍ਹਦੇ ਆ, ਜਿਤ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉਂ ਘਾਲੀ ਹੈ। ਜਦੋਂ ਪਤਾ ਹੈ ਵੀ ਆਪਣਾ ਬੀਜਿਆ ਹੋਇਆ ਬੀਜ ਉਹਦਾ ਜਿਹੜਾ ਫਲ ਹੈ ਉਹ ਆਪ ਹੀ ਖਾਣਾ। ਗੁਰੂ ਸਾਹਿਬ ਆਖਦੇ ਨੇ ਫਿਰ ਭਾਈ ਮਾੜਾ ਬੀਜ ਨਾ ਬੀਜ। ਬਚਨ ਆਪਾਂ ਪੜ੍ਹਦੇ ਆ, ਆਪੇ ਬੀਜ ਆਪੇ ਹੀ ਖਾਓ। ਵੀ ਆਪ ਬੀਜਿਆ ਭਾਈ ਖਾਣਾ ਤੈਨੂੰ ਪਵੇਗਾ। ਮਾੜਾ ਕਰਮ ਤੂੰ ਕੀਤਾ, ਫਲ ਤੂੰ ਖਾਵੇਂਗਾ। ਪਰਿਵਾਰ ਵਾਲੇ ਨੇ ਕਿਸੇ ਨੇ ਤੇਰਾ ਸਾਥ ਨਹੀਂ ਦੇਣਾ। ਵੀ ਤੂੰ ਮਾੜਾ ਕਰਮ ਕਰੇ, ਹੇਰਾ ਫੇਰੀ ਕਰਕੇ ਤੂੰ ਧਨ ਲਿਆਵੇਂ, ਸੋਚੇ ਵੀ ਪਰਿਵਾਰ ਸਾਥ ਦੇਵੇਗਾ। ਗੁਰੂ ਸਾਹਿਬ ਆਖਦੇ ਨੇ ਨਹੀਂ ਭਾਈ, ਜਿਹੜਾ ਬੀਜ ਤੂੰ ਬੀਜਿਆ ਉਹਦਾ ਫਲ ਤੈਨੂੰ ਖਾਣਾ ਹੀ ਪਵੇਗਾ। ਇਸ ਕਰਕੇ ਮਾੜੇ ਬੀਜ ਨਾ ਬੀਜ। ਗੁਰੂ ਸਾਹਿਬ ਨੇ ਸਪਸ਼ਟ ਸਾਨੂੰ ਸਮਝਾ ਦਿੱਤਾ ਹੈ, ਕਤਕ ਕਰਮ ਕਮਾਵਣੇ ਦੋਸ ਨਾ ਕਾਹੂ ਜੋਗ। ਵੀ ਕਿਸੇ ਹੋਰ ਦੇ ਸਿਰ ਤੇ ਭਾਈ ਤੂੰ ਦੋਸ ਨਹੀਂ ਮੜ ਸਕਦਾ। ਵੀ ਦੁੱਖ ਉਹਦੇ ਕਰਕੇ ਮੈਨੂੰ ਮਿਲਿਆ, ਦੁੱਖ ਤੇਰੇ ਆਪਣੇ ਕੀਤੇ ਹੋਏ ਕਰਮਾਂ ਕਰਕੇ ਹੈ। ਅੱਗੇ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਦੇਖੋ ਗੱਲ ਸਮਝਣ ਵਾਲੀ ਹੈ। ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਪਰਮੇਸ਼ਰ ਦੀ ਯਾਦ ਤੋਂ ਖੁੰਝਿਆ ਜਦੋਂ ਮਨੁੱਖ ਵਾਹਿਗੁਰੂ ਨੂੰ ਭੁੱਲ ਬਹਿੰਦਾ ਹੈ, ਗੁਰੂ ਸਾਹਿਬ ਆਖਦੇ ਨੇ ਫਿਰ ਭਾਈ ਦੁਨੀਆ ਦੇ ਸਾਰੇ ਦੁੱਖ ਕਲੇਸ਼
ਜ਼ੋਰ ਪਾ ਲੈਂਦੇ ਨੇ। ਜਾਂ ਇੰਜ ਕਹਿ ਸਕਦੇ ਆ ਵੀ ਵਾਹਿਗੁਰੂ ਨੂੰ ਭੁੱਲਣਾ ਮਨ ਨੂੰ ਸਾਰੇ ਦੁੱਖਾਂ ਕਲੇਸ਼ਾਂ ਨੂੰ ਆਵਾਜ਼ ਮਾਰਨ ਦੇ ਬਰਾਬਰ ਹੈ। ਵੀ ਵਾਹਿਗੁਰੂ ਭੁੱਲਿਆ ਤੇ ਸਮਝੋ ਦੁੱਖ ਤੇ ਕਲੇਸ਼ ਜੀਵਨ ਅੰਦਰ ਆ ਗਏ। ਪਰਮੇਸ਼ਰ ਤੇ ਭੁੱਲਿਆ ਤੂੰ ਵਾਹਿਗੁਰੂ ਨੂੰ ਭੁੱਲ, ਭਾਈ ਦੁਨੀਆ ਦੇ ਸਾਰੇ ਦੁੱਖ ਕਲੇਸ਼ ਤੇਰੇ ਜੀਵਨ ਅੰਦਰ ਦਸਤਕ ਦੇ ਜਾਣਗੇ। ਤੇ ਦੂਜੀ ਗੱਲ ਇਹ ਵੀ ਨਾਲ ਹੈ, ਦੂਜਾ ਪਹਿਲੂ, ਜੇ ਤੈਨੂੰ ਪਰਮੇਸ਼ਰ ਯਾਦ ਹੈ, ਵਾਹਿਗੁਰੂ ਯਾਦ ਹੈ ਭਾਈ, ਫਿਰ ਦੁੱਖ ਕਲੇਸ਼ ਤੇਰੇ ਨੇੜੇ ਨਹੀਂ ਆ ਸਕਦਾ, ਤੇਰੇ ਜੀਵਨ ਵਿੱਚ ਜ਼ੋਰ ਨਹੀਂ ਪਾ ਸਕਦਾ। ਭੁੱਲਿਆ ਤੇ ਜੀਵਨ ਫਿਰ ਖੱਜਲ ਖੁਆਰ ਹੋ ਜਾਂਦਾ। ਹਰ ਬਿਸਰਤ ਸਦਾ ਖੁਆਰੀ, ਤਾਂ ਕੋ ਧੋਖਾ ਕਹਾਂ ਵਿਆਪੈ, ਜਾ ਕੋ ਊਟ ਤੁਹਾਰੀ। ਜਿਹਨੇ ਵਾਹਿਗੁਰੂ ਜੀ ਦਾ ਆਸਰਾ ਲਿਆ, ਜੋ ਵਾਹਿਗੁਰੂ ਦੇ ਚਰਨਾਂ ਨਾਲ ਜੁੜਿਆ ਭਾਈ, ਉਹਨੂੰ ਦੁੱਖ ਕਲੇਸ਼ ਵਿਆਪ ਨਹੀਂ ਸਕਦਾ। ਪਰ ਜਿਵੇਂ ਪਰਮੇਸ਼ਰ ਭੁੱਲ ਗਿਆ ਭਾਈ, ਸਾਰੇ ਦੁੱਖ ਕਲੇਸ਼ ਜੀਵਨ ਵਿੱਚ ਆ ਜਾਂਦੇ ਨੇ। ਪਰਮੇਸ਼ਰ ਨੂੰ ਭੁੱਲ ਜਾਣਾ ਸਭ ਤੋਂ ਵੱਡਾ ਦੁੱਖ ਦਾ ਕਾਰਨ ਹੈ। ਪਰਮੇਸ਼ਰ ਵਿਸਰ ਗਿਆ ਤੇ ਸਮਝੋ ਜੀਵਨ ਅੰਦਰ ਦੁੱਖ ਆ ਗਏ। ਵਿਆਪਨ ਸਭੇ ਰੋਗ, ਅੱਗੇ ਕਿਰਪਾ ਕੀਤੀ ਹੈ, ਵੇਮੁਖ ਹੋਏ RAM ਤੇ ਲੱਗਣ ਜਨਮ ਵਿਜੋਗ। ਜਨਮ ਵਿਜੋਗ ਤੋਂ ਭਾਵ ਹੈ ਜਨਮਾਂ ਦੇ ਵਿਛੋੜੇ, ਲੰਮੇ ਵਿਛੋੜੇ। ਜਿਨ੍ਹਾਂ ਨੇ ਇਸ ਜਨਮ ਵਿੱਚ ਪਰਮਾਤਮਾ ਦੀ ਯਾਦ ਵੱਲੋਂ ਮੂੰਹ ਮੋੜ ਲਿਆ, ਕਹਿਣ ਤੋਂ ਭਾਵ ਜਿਨ੍ਹਾਂ ਨੂੰ ਵਾਹਿਗੁਰੂ ਵਿਸਰ ਗਿਆ, ਜੋ ਭਜਨ ਬੰਦਗੀ ਨਹੀਂ ਕਰਦੇ, ਪਰਮਾਤਮਾ ਦੀ ਇਬਾਦਤ ਨਹੀਂ ਕਰਦੇ, ਵਾਹਿਗੁਰੂ ਕੋਲੋਂ ਅਣਮੁੱਲੀ ਦਾਤਾਂ ਲੈ ਕੇ ਵਾਹਿਗੁਰੂ ਦਾ ਸ਼ੁਕਰਾਨਾ ਨਹੀਂ ਕਰਦੇ। ਚਾਹੀਦਾ ਤਾਂ ਸਾਨੂੰ ਕੋਟਾਨ ਕੋਟ ਸ਼ੁਕਰਾਨਾ, ਜਿਸ ਵਾਹਿਗੁਰੂ ਨੇ ਸਾਨੂੰ ਅਣਗਿਣਤ ਦਾਤਾਂ ਦੇ ਕੇ ਨਿਵਾਜਿਆ, ਸਾਨੂੰ ਸੰਸਾਰ ਅੰਦਰ ਸ਼ੋਭਾ ਮਾਣ ਇੱਜ਼ਤ ਵਾਹਿਗੁਰੂ ਨੇ ਸਾਨੂੰ ਬਖਸ਼ੀ ਹੈ। ਸਾਡੇ ਕੋਲੇ ਧਨ ਦੌਲਤ ਹੈ, ਪਰਿਵਾਰ ਹੈ, ਸਭ ਤੋਂ ਵੱਡੀ ਦਾਤ ਅਸੀਂ ਸਹੀ ਸਲਾਮਤ ਹਾਂ, ਤੁਰ ਫਿਰ ਸਕਦੇ ਹਾਂ, ਵੇਖ ਸਕਦੇ ਹਾਂ, ਸੁਣ ਸਕਦੇ ਹਾਂ, ਸਾਡਾ ਸਰੀਰ ਨਿਰੋਗ ਹੈ, ਸਹੀ ਸਲਾਮਤ ਹੈ। ਇਹ ਸਭ ਤੋਂ ਵੱਡੀ ਅਣਮੁੱਲੀ ਦਾਤ ਹੈ ਜੋ ਵਾਹਿਗੁਰੂ ਜੀ ਵੱਲੋਂ ਸਾਨੂੰ ਮਿਲੀ ਹੈ। ਚਾਹੀਦਾ ਤਾਂ ਸਾਨੂੰ ਇਹ ਹੈ ਵੀ ਵੱਧ ਤੋਂ ਵੱਧ ਮਾਲਕ ਦਾ ਸ਼ੁਕਰਾਨਾ ਕਰੀਏ, ਵਾਹਿਗੁਰੂ ਜੀ ਦਾ ਕੋਟਾਨ ਕੋਟ ਧੰਨਵਾਦ ਕਰੀਏ। ਪਰ ਸਾਡੀ ਹਾਲਤ ਐਸੀ ਹੈ, ਦਾਤ ਪਿਆਰੀ ਵਿਸਰਿਆ ਦਾਤਾਰਾ, ਅਸੀਂ ਕੇਵਲ ਦੁਨਿਆਵੀ ਪਦਾਰਥਾਂ ਦੇ ਨਾਲ ਜੁੜ ਕੇ ਰਹਿ ਜਾਂਦੇ ਹਾਂ, ਪਰ ਪਦਾਰਥ ਦੇਣ ਵਾਲੇ ਮਾਲਕ ਨੂੰ ਭੁੱਲ ਬੈਠੇ ਹਾਂ। ਗੁਰੂ ਸਾਹਿਬ ਆਖਦੇ ਨੇ ਭਾਈ, ਜਿਨ੍ਹਾਂ ਨੇ ਇਸ ਜਨਮ ਵਿੱਚ ਪਰਮਾਤਮਾ ਦੀ ਯਾਦ ਵੱਲੋਂ ਮੂੰਹ ਮੋੜ ਰੱਖਿਆ ਹੈ, ਯਾਦ ਨਹੀਂ ਕਰਦੇ ਪਰਮਾਤਮਾ ਨੂੰ, ਉਹਨਾਂ ਨੂੰ ਫਿਰ ਲੰਮੇ ਵਿਛੋੜੇ ਪੈ ਜਾਂਦੇ ਨੇ। ਸਰਬ ਵਿਆਪਕ ਸੁਆਮੀ ਵਿੱਚ ਭਰੋਸਾ ਨਾ ਰੱਖਣ ਵਾਲੇ ਉਸ ਨਾਲੋਂ ਜਨਮ ਜਨਮਾਂਤਰਾਂ ਲਈ ਵਿਛੜ ਜਾਂਦੇ ਨੇ, ਤੇ ਵਿਛੋੜਾ ਸਭ ਤੋਂ ਵੱਡਾ ਦੁੱਖ ਹੈ। ਵਾਹਿਗੁਰੂ ਦੇ ਚਰਨਾਂ ਦੇ ਨਾਲ ਜੁੜੇ ਆ, ਵਾਹਿਗੁਰੂ ਦੇ ਚਰਨਾਂ ਦਾ ਆਸਰਾ ਹੈ, ਫਿਰ ਵੱਡੇ ਤੋਂ ਵੱਡਾ ਦੁੱਖ ਵੀ ਮਨੁੱਖ ਸਹਾਰ ਜਾਂਦਾ ਹੈ। ਦੁੱਖ ਨੂੰ ਵੀ ਪਰਮੇਸ਼ਰ ਦੀ ਦਾਤ ਸਮਝ ਕੇ ਕਬੂਲ ਕਰ ਲੈਂਦਾ ਹੈ, ਕਿਉਂਕਿ ਬਾਣੀ ਸੋਝੀ ਬਖਸ਼ਦੀ ਹੈ, ਕੇਤਿਆਂ ਦੁੱਖ ਭੂਖ ਸਦ ਮਾਰ, ਇਹ ਵੀ ਦਾਤ ਤੇਰੀ ਦਾਤਾਰ। ਸਮਝ ਲੱਗਦੀ ਹੈ ਵੀ ਦੁੱਖ ਆਇਆ, ਜੋ ਗੁਰੂ ਸਾਹਿਬ ਨੇ ਸਮਝਾਇਆ ਵੀ ਬੀਜ ਮੈਂ ਬੀਜਿਆ ਸੀ ਤੇ ਫਲ ਮੈਂ ਖਾ ਰਿਹਾ, ਫਿਰ ਕਿਸੇ ਨੂੰ ਉਲਾਂਭਾ ਨਹੀਂ ਦਿੰਦਾ, ਕਿਸੇ ਦੇ ਸਿਰ ਤੇ ਮਨੁੱਖ ਦੋਸ਼ ਨਹੀਂ ਮੜਦਾ। ਜੇ ਪ੍ਰਭੂ ਚਰਨਾਂ ਨਾਲ ਜੁੜਿਆ ਫਿਰ ਪਤਾ ਲੱਗ ਜਾਂਦਾ ਹੈ ਕਿ ਜੀਵਨ ਵਿੱਚ ਦੁੱਖ ਹੈ, ਮੇਰੇ ਆਪਣੇ ਕੀਤੇ ਹੋਏ ਕਰਮਾਂ ਕਰਕੇ ਹੈ, ਜਾਣੇ ਅਣਜਾਣੇ ਵਿੱਚ ਮੈਂ ਕਿਤੇ ਬੀਜ ਬੀਜਿਆ, ਉਹਦਾ ਮੈਨੂੰ ਫਲ ਮਿਲ ਰਿਹਾ, ਤੇ ਫਿਰ ਦੁੱਖ ਨੂੰ ਵੀ ਦਾਤ ਸਮਝ ਕੇ ਕਬੂਲ ਕਰ ਲੈਂਦਾ ਹੈ। ਪਰ ਜੇ ਪਰਮੇਸ਼ਰ ਨਾਲੋਂ ਵਿਛੋੜਾ ਪੈ ਗਿਆ, ਸਾਧ ਸੰਗਤ ਜੀ, ਫਿਰ ਕੋਈ ਥਾਂ ਟਿਕਾਣਾ ਨਹੀਂ ਕਿ ਜਿੱਥੇ ਜਾ ਕੇ ਨਕਮਸਤਕ ਹੋਈਏ ਤੇ ਆਪਣੇ ਦੁੱਖਾਂ ਕਲੇਸ਼ਾਂ ਤੋਂ ਬਚਣ ਲਈ ਜਾ ਕੇ ਅਰਦਾਸ ਕਰੀਏ ਪਰਮੇਸ਼ਰ ਨਾਲ ਵਿਛੜ ਕੇ, ਕਿਉਂਕਿ ਸਾਡਾ ਜਿਹੜਾ ਜੀਵਨ ਹੈ ਉਹ ਵਾਹਿਗੁਰੂ ਦੇ ਆਸਰੇ ਤੇ ਚੱਲ ਰਿਹਾ ਹੈ। ਅਸੀਂ ਨਿਤ ਅਰਦਾਸਾਂ ਕਰਦੇ ਹਾਂ, ਰੋਜ਼ ਦੁਨਿਆਵੀ ਪਦਾਰਥ ਮੰਗਦੇ ਹਾਂ ਤੇ ਵਾਹਿਗੁਰੂ ਸਾਨੂੰ ਦਿੰਦਾ ਵੀ ਹੈ। ਜੇ ਵਾਹਿਗੁਰੂ ਨਾਲ ਵਿਛੋੜਾ ਪੈ ਗਿਆ ਭਾਈ, ਫਿਰ ਤੂੰ ਕਿੱਥੇ ਜਾ ਕੇ ਆਪਣੇ ਦੁੱਖ ਦੱਸੇਗਾ, ਕਿਉਂਕਿ ਵਾਹਿਗੁਰੂ ਦੇ ਦਰ ਤੇ ਆਇਆ ਹੀ ਭਾਈ ਤੈਨੂੰ ਨਾਮ ਦੀ ਦਾਤ ਮਿਲਣੀ ਹੈ, ਤੇ ਨਾਮ ਜਪ ਕੇ ਭਾਈ ਤੂੰ ਦੁੱਖਾਂ ਤੋਂ ਬਚਣਾ ਹੈ, ਕਿਉਂਕਿ ਪਰਮੇਸ਼ਰ ਦਾ ਨਾਮ ਜਪਿਆਂ ਭਾਈ ਦੁੱਖ ਦੂਰ ਹੁੰਦੇ ਨੇ। ਜਿਸ ਸਿਮਰਤ ਦੁੱਖ ਸਭ ਜਾਏ, ਨਾਮ ਰਤਨ ਵਸੈ ਮਨ ਆਏ।
ਪਰਮੇਸ਼ਰ ਦਾ ਨਾਮ ਦੁੱਖ ਦੂਰ ਕਰ ਦੇਣ ਵਾਲਾ, ਦੁੱਖ ਭੰਜਨ ਤੇਰਾ ਨਾਮ ਜੀ, ਦੁੱਖ ਭੰਜਨ ਤੇਰਾ ਨਾਮ। ਆਠ ਪਹਿਰ ਆਰਾਧੀ ਹੈ ਪੂਰਨ ਸਤਿਗੁਰ ਗਿਆਨ। ਜੇ ਵਿਛੋੜਾ ਪੈ ਗਿਆ ਭਾਈ ਫਿਰ ਤੈਨੂੰ ਬਚਾਏਗਾ ਕੌਣ? ਜੇ ਤਾਂ ਚਰਨਾਂ ਦੇ ਨਾਲ ਸਾਂਝ ਹੈ ਫਿਰ ਪਰਮੇਸ਼ਰ ਤੱਤੀ ਵਾਰ ਨਹੀਂ ਲੱਗਣ ਦਿੰਦਾ, ਫਿਰ ਵਾਲ ਨਹੀਂ ਵਿੰਗਾ ਹੋਣ ਦਿੰਦਾ ਆਪਣੇ ਸੇਵਕ ਦਾ। ਵਿੱਚ ਕਰਤਾ ਪੁਰਖ ਖਲੋਵਾ ਵਾਲ ਨਾ ਵਿੰਗਾ ਹੋ। ਤਾਤੀ ਵਾਉ ਨਾ ਲੱਗਈ ਪਾਰ ਬ੍ਰਹਮ ਸ਼ਰਣਾਈ, ਜੋ ਗਿਰਦ ਹਮਾਰੇ RAM ਕਾਰ। ਦੁੱਖ ਲੱਗੈ ਨਾ ਭਾਈ ਸਤਿਗੁਰ ਪੂਰਾ ਭੇਟਿਆ, ਜਿਨ ਬਣਤ ਬਣਾਈ। RAM ਨਾਮ ਔਖਦ ਦੀਆ ਏਕਾ ਲਿਵ ਲਾਈ, ਰਾਖ ਲੇ ਤਿਨ ਰੱਖਣ ਹਾਰ ਸਭ ਵਿਆਧ ਮਟਾਈ। ਕਹੋ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ। ਪਰ ਜੇ ਵਿਛੋੜਾ ਪੈ ਗਿਆ ਭਾਈ ਫਿਰ ਤੈਨੂੰ ਬਚਾਏਗਾ ਕੌਣ? ਸੋ ਗੁਰੂ ਸਾਹਿਬ ਆਖਦੇ ਨੇ ਹਰ ਵਕਤ ਮਾਲਕ ਦੇ ਚਰਨਾਂ ਦੇ ਨਾਲ ਜੁੜਿਆ ਰਹੋ। ਜਿਸ ਮਾਲਕ ਨੇ ਤੈਨੂੰ ਅਣਗਿਣਤ ਬਖਸ਼ਿਆ, ਰਹਿਮਤਾਂ ਕਰਕੇ ਤੈਨੂੰ ਨਵਾਜਿਆ, ਕੋਟਾਨ ਕੋਟ ਉਸ ਮਾਲਕ ਦਾ ਸ਼ੁਕਰਾਨਾ ਕਰ। ਅੱਗੇ ਕਿਰਪਾ ਕੀਤੀ ਹੈ, ਖਿਨ ਮੈਂ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ। ਮਾਇਆ ਭੋਗ ਤੋਂ ਭਾਵ ਹੈ ਮਾਇਆ ਦੀਆਂ ਮੋਜਾਂ ਦੁਨਿਆਵੀ ਐਸਾਂ ਦੀ ਗੱਲ ਕੀਤੀ ਹੈ ਗੁਰੂ ਸਾਹਿਬ ਨੇ ਵੀ ਜਿਹੜੀਆਂ ਮਾਇਆ ਦੀਆਂ ਮੋਜਾਂ ਦੀ ਖਾਤਰ ਤੂੰ ਪ੍ਰਭੂ ਨੂੰ ਭੁਲਾ ਦਿੱਤਾ ਸੀ ਨਾ, ਉਹ ਇੱਕ ਪਲ ਵਿੱਚ ਤੇਰੇ ਲਈ ਦੁਖਦਾਈ ਹੋ ਜਾਣਗੇ। ਦੁਨਿਆਵੀ ਪਦਾਰਥਾਂ ਵਿੱਚ ਖਚਿਤ ਹੋ ਕੇ ਉਸ ਦੇਣ ਵਾਲੇ ਮਾਲਕ ਨੂੰ ਹੀ ਭੁਲਾ ਕੇ ਬਹਿ ਗਿਆ। ਜਿਸ ਮਾਲਕ ਨੇ ਤੈਨੂੰ ਦੁਨਿਆਵੀ ਪਦਾਰਥ ਦਿੱਤੇ ਨੇ, ਤੇਰਾ ਫਰਜ਼ ਬਣਦਾ ਸੀ ਉਹਦੇ ਕੋਲੋਂ ਦਾਤਾਂ ਲੈ ਕੇ ਉਹਦਾ ਸ਼ੁਕਰਾਨਾ ਕਰਨਾ, ਉਹਦਾ ਕੋਟਾਨ ਕੋਟ ਧੰਨਵਾਦ ਕਰਨਾ। ਪਰ ਤੂੰ ਦੁਨਿਆਵੀ ਦਾਤਾਂ ਲੈ ਕੇ ਉਹਨੂੰ ਹੀ ਭੁਲਾ ਕੇ ਬਹਿ ਗਿਆ। ਯਾਦ ਰੱਖੀ ਪਰਮੇਸ਼ਰ ਦਾ ਨਾਮ ਸਦਾ ਕਾਇਮ ਰਹਿਣ ਵਾਲਾ। ਉਹਨੇ ਇਸ ਲੋਕ ਵਿੱਚ ਵੀ ਤੇਰੀ ਬਾਹ ਫੜਨੀ ਸੀ ਤੇ ਪਰਲੋਕ ਵਿੱਚ ਗਿਆ ਵੀ ਪਰਮੇਸ਼ਰ ਦੇ ਨਾਮ ਨੇ ਭਾਈ ਤੈਨੂੰ ਬਚਾਉਣਾ ਸੀ। ਕਹਿਣ ਤੋਂ ਭਾਵ ਪਰਮੇਸ਼ਰ ਨੇ ਨਾਮ ਨੇ ਇਸ ਸੰਸਾਰ ਅੰਦਰ ਵੀ ਤੇਰੀ ਸਹਾਇਤਾ ਕਰਨੀ ਸੀ, ਤੇ ਜਦੋਂ ਸੰਸਾਰ ਤੇ ਜਾਵੇਂਗਾ ਭਾਈ ਪਰਲੋਕ ਵਿੱਚ ਵੀ ਪਰਮੇਸ਼ਰ ਦਾ ਨਾਮ ਹੀ ਤੇਰੇ ਨਾਲ ਜਾਵੇਗਾ। ਇਸ ਲਈ ਤੇਰੀ ਸਹਾਇਤਾ ਕਰਨੀ ਹੈ। ਪਰ ਤੂੰ ਦੁਨਿਆਵੀ ਪਦਾਰਥਾਂ ਵਿੱਚ ਮੋਹ ਪਾ ਕੇ ਬਹਿ ਗਿਆ, ਖਚਤ ਹੋ ਕੇ ਬਹਿ ਗਿਆ। ਯਾਦ ਰੱਖੀ ਇਹ ਸਾਰੇ ਦੁਨਿਆਵੀ ਪਦਾਰਥ, ਰਿਸ਼ਤੇ ਨਾਤੇ, ਪਰਿਵਾਰ ਤੇਰਾ ਜੋੜਿਆ ਧਨ ਦੌਲਤ, ਤੇਰੇ ਬਣਾਏ ਹੋਏ ਵੱਡੇ ਵੱਡੇ ਮਹਿਲ ਮਾੜੀਆਂ, ਜਿੰਨੇ ਵੀ ਤੇਰੇ ਕੋਲ ਦੁਨਿਆਵੀ ਪਦਾਰਥ ਨੇ, ਮਹਿੰਗੀਆਂ ਮਹਿੰਗੀਆਂ ਤੇਰੇ ਕੋਲ ਕਾਰਾਂ ਨੇ। ਯਾਦ ਰੱਖੀ ਜਿਸ ਦਿਨ ਸਵਾਸ ਨਿਕਲ ਗਏ ਇਹ ਸਾਰੀਆਂ ਮੋਜਾਂ ਦੁਨਿਆਵੀ ਪਦਾਰਥ ਤੇਰੇ ਲਈ ਬਗਾਨੇ ਹੋ ਜਾਣਗੇ। ਇਹਨਾਂ ਦਾ ਮਾਲਕ ਹੋਰ ਬਣ ਜਾਏਗਾ। ਇਹਨਾਂ ਨੇ ਤੇਰੇ ਨਾਲ ਨਹੀਂ ਨਿਭਣਾ, ਇਹਨਾਂ ਪਦਾਰਥਾਂ ਨੇ ਤੇਰੇ ਨਾਲ ਨਹੀਂ ਜਾਣਾ। ਗੁਰੂ ਸਾਹਿਬ ਆਖਦੇ ਨੇ ਖਿਨ ਮੈਂ ਕੋੜੇ ਹੋਏ ਗਏ ਜਿਤੜੇ ਮਾਇਆ ਭੋਗ। ਕਮਾਉਣ ਵਿੱਚ ਸਾਰੀ ਜ਼ਿੰਦਗੀ ਲਾ ਦਿੱਤੀ, ਪਰ ਇਹਨਾਂ ਨੇ ਪਰਾਇਆ ਹੋਣ ਲੱਗਿਆ ਇੱਕ ਖਿਨ ਲੱਗਣਾ, ਇੱਕ ਪਲ ਸਵਾਸ ਨਿਕਲੇ ਤੇ ਸਾਰੀ ਖੇਡ ਖਤਮ। ਵਿੱਚ ਨਾ ਕੋਈ ਕਰ ਸਕੈ ਕਿਸ ਤੈ ਰੋਵੈ ਰੋਜ਼। ਵਿੱਚ ਤੋਂ ਭਾਵੈ ਵਿਚੋਲਾਪਣ। ਉਸ ਦੁਖੀ ਹਾਲਤ ਵਿੱਚ ਕਿਸੇ ਪਾਸ ਵੀ ਨਿਤ ਰੋਣੇ ਰੋਣ ਦਾ ਤੈਨੂੰ ਕੋਈ ਲਾਭ ਨਹੀਂ ਹੋਣਾ, ਕਿਉਂਕਿ ਦੁੱਖ ਤਾਂ ਹੈ ਵਿਛੋੜੇ ਦੇ ਕਾਰਨ। ਤੂੰ ਪ੍ਰਭੂ ਤੋਂ ਵਿਛੜ ਗਿਆ, ਮਾਲਕ ਨੂੰ ਭੁਲਾ ਦਿੱਤਾ ਹੈ, ਤੇ ਵਿਛੋੜੇ ਨੂੰ ਦੂਰ ਕਰਨ ਲਈ ਕੋਈ ਵਿਚੋਲਾਪਨ ਨਹੀਂ ਕਰ ਸਕਦਾ ਭਾਈ। ਤੂੰ ਆਪ ਵਿਛੋੜਾ ਪਾ ਲਿਆ, ਮਾਲਕ ਨੂੰ ਭੁੱਲ ਕੇ ਬਹਿ ਗਿਆ। ਅੱਗੇ ਕਿਰਪਾ ਕੀਤੀ ਹੈ, ਕੀਤਾ ਕਿਛੂ ਨਾ ਹੋਵੇ ਲਿਖਿਆ ਧੁਰ ਸੰਜੋਗ। ਧੁਰ ਤੋਂ ਭਾਵੈ ਧੁਰ ਤੋਂ, ਵਾਹਿਗੁਰੂ ਜੀ ਦੀ ਹਜ਼ੂਰੀ ਤੋਂ ਦੁਖੀ ਜੀਵ ਦੀ ਆਪਣੀ ਕੋਈ ਪੇਸ ਨਹੀਂ ਜਾਂਦੀ। ਪਿਛਲੇ ਕੀਤੇ ਕਰਮਾਂ ਅਨੁਸਾਰ ਗੁਰੂ ਸਾਹਿਬ ਆਖਦੇ ਨੇ ਧੁਰੋਂ ਹੀ ਲਿਖੇ ਲੇਖਾਂ ਦੀ ਇਹ ਵਿਧ ਆ ਬਣਦੀ ਹੈ। ਗੱਲ ਇਹ ਵੀ ਸਮਝਾ ਦਿੱਤੀ ਹੈ, ਦੇਖੋ ਵੀ ਜੇ ਵਾਹਿਗੁਰੂ ਦਾ ਆਪਾਂ ਨਾਮ ਜਪ ਰਹੇ ਆ, ਇਹ ਵਾਹਿਗੁਰੂ ਜੀ ਦੀ ਬਹੁਤ ਵੱਡੀ ਕਿਰਪਾ ਹੈ, ਸਾਡੇ ਤੇ ਬਖਸ਼ਿਸ਼ ਹੈ ਵੀ ਨਾਮ ਜਪ ਰਹੇ ਆ। ਵੀ ਉਹਦੀ ਕਿਰਪਾ ਤੋਂ ਬਗੈਰ ਪਹਿਲਾਂ ਵੀ ਕਈ ਵਾਰ ਅਰਜ਼ ਕੀਤੀ ਹੈ, ਮਨੁੱਖ ਨਾਮ ਨਹੀਂ ਜਪ ਸਕਦਾ। ਵੱਡੇ ਭਾਗਾਂ ਦੇ ਨਾਲ ਨਾਮ ਦੀ ਦਾਤ ਮਿਲਦੀ ਹੈ। ਬਿਨ ਭਾਗਾਂ ਸਤਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਵਡ ਭਾਗੀ ਹਰ ਸੰਗਤ ਪਾਵੈ, ਭਾਗਹੀਨ ਭ੍ਰਮ ਝੋਟਾਂ ਖਾਵੇ। ਵੱਡੇ ਭਾਗਾਂ ਦੇ ਨਾਲ
ਆਪਾਂ ਸਤਸੰਗ ਕਰ ਰਹੇ ਹਾਂ, ਨਾਮ ਜਪ ਰਹੇ ਹਾਂ, ਇਹ ਵਾਹਿਗੁਰੂ ਜੀ ਸਾਡੇ ਤੇ ਬਹੁਤ ਵੱਡੀ ਕਿਰਪਾ ਹੈ। ਗੁਰੂ ਸਾਹਿਬ ਆਖਦੇ ਨੇ, ਭਾਈ ਵਾਹਿਗੁਰੂ ਦੇ ਚਰਨਾਂ ਦੇ ਨਾਲ ਜੁੜਿਆ ਰਹੋ। ਪੱਤੇ ਉਦੋਂ ਤੱਕ ਹਰੇ ਭਰੇ ਨੇ ਜਦੋਂ ਤੱਕ ਉਹ ਟਾਹਣੀ ਨਾਲ ਜੁੜੇ ਨੇ। ਟਾਹਣੀ ਉਦੋਂ ਤੱਕ ਹਰੀ ਭਰੀ ਹੈ ਜਦੋਂ ਤੱਕ ਉਹ ਤਣੇ ਨਾਲ ਜੁੜੀ ਹੈ, ਤੇ ਦਰਖਤ ਉਦੋਂ ਤੱਕ ਹਰਾ ਹੈ ਜਦੋਂ ਤੱਕ ਆਪਣੇ ਮੂਲ ਜੜ ਦੇ ਨਾਲ ਜੁੜਿਆ ਹੈ। ਤੇ ਜੜ ਨਾਲੋਂ ਦਰਖਤ ਅਲੱਗ ਹੋਇਆ ਤੇ ਵੱਡੇ ਤੋਂ ਵੱਡਾ ਦਰਖਤ ਘੰਟਿਆਂ ਵਿੱਚ ਸੁੱਕ ਕੇ ਸੁਆਹ ਹੋ ਜਾਂਦਾ ਹੈ। ਵੀ ਜੜ ਨਾਲੋਂ ਟੁੱਟ ਗਿਆ, ਮੂਲ ਨਾਲ ਟੁੱਟ ਗਿਆ, ਅਲੱਗ ਹੋ ਗਿਆ ਤੇ ਸੁੱਕ ਕੇ ਕੁਮਲਾ ਜਾਂਦਾ। ਵੱਡੇ ਤੋਂ ਵੱਡਾ ਦਰਖਤ ਭਾਈ ਤੂੰ ਆਪਣੇ ਮੂਲ ਨਾਮ ਦੇ ਨਾਲ ਜੁੜਿਆ ਰਹੋ, ਪਰਮੇਸ਼ਰ ਦੇ ਨਾਲ ਜੁੜਿਆ ਰਹੋ, ਜੀਵਨ ਤੇਰਾ ਹਰਿਆ ਭਰਿਆ ਬਣਿਆ ਰਹੇਗਾ। ਭਾਈ ਮੂਲ ਨਾਲ ਟੁੱਟ ਗਿਆ ਤੇ ਜੀਵਨ ਵਿੱਚ ਸਾਰੇ ਦੁੱਖ ਕਲੇਸ਼ ਭਾਈ ਤੇਰੇ ਜੀਵਨ ਵਿੱਚ ਆ ਕੇ ਤੈਨੂੰ ਘੇਰ ਲੈਣਗੇ। ਅੱਗੇ ਕਿਰਪਾ ਕੀਤੀ ਹੈ, ਵੱਡ ਭਾਗੀ ਮੇਰਾ ਪ੍ਰਭ ਮਿਲੈ ਤਾਂ ਉਤਰੈ ਸਭ ਵਿਯੋਗ। ਵਿਯੋਗ ਤੋਂ ਭਾਵ ਵਿਛੋੜੇ ਦੇ ਦੁੱਖ। ਹਾਂ, ਗੁਰੂ ਸਾਹਿਬ ਆਖਦੇ ਨੇ, ਜੇ ਚੰਗੇ ਭਾਗ ਹੋਣ ਤੇਰੇ ਤੇ ਗੁਰੂ ਤਰੁੱਠ ਪਏ, ਜੇ ਚੰਗੇ ਭਾਗਾਂ ਨੂੰ ਪ੍ਰਭੂ ਆਪ ਤੈਨੂੰ ਆ ਮਿਲੇ ਤੇਰੇ ਤੇ ਤਰਸ ਖਾ ਕੇ, ਤਾਂ ਭਾਈ ਇਹ ਵਿਛੋੜੇ ਤੋਂ ਪੈਦਾ ਹੋਏ ਸਾਰੇ ਦੁੱਖ ਮਿਟ ਜਾਂਦੇ ਨੇ। ਵਿਛੋੜਾ ਪੈ ਗਿਆ, ਤੂੰ ਆਪਣੀ ਸਿਆਣਪ ਦੇ ਨਾਲ ਇਸ ਵਿਛੋੜੇ ਵਾਲੇ ਦੁੱਖ ਨੂੰ ਦੂਰ ਨਹੀਂ ਕਰ ਸਕਦਾ। ਆਪ ਤੇਰੇ ਤੇ ਪਰਮੇਸ਼ਰ ਕਿਰਪਾ ਕਰ ਦੇਵੇ, ਰਹਿਮਤ ਕਰ ਦੇਵੇ, ਆਪ ਵਾਹਿਗੁਰੂ ਜੀ ਤਰਸ ਕਰਨ ਭਾਈ, ਤੈਨੂੰ ਆਪ ਆ ਮਿਲ ਪੈਣ, ਆਪਣੇ ਚਰਨਾਂ ਦੇ ਨਾਲ ਜੋੜ ਲੈਣ ਭਾਈ, ਫਿਰ ਇਹ ਵਿਛੋੜੇ ਵਾਲੇ ਜਿਹੜੇ ਦੁੱਖ ਨੇ ਭਾਈ ਤੇਰੇ ਦੂਰ ਹੋ ਜਾਣਗੇ। ਅੱਗੇ ਕਿਰਪਾ ਕੀਤੀ ਹੈ, ਨਾਨਕ ਕੋ ਪ੍ਰਭ ਰਾਖ ਲੇ ਮੇਰੇ ਸਾਹਿਬ ਬੰਦੀ ਮੋਚ। ਹੁਣ ਬੰਦੀ ਮੋਚ ਤੋਂ ਭਾਵ ਹੈ ਹੇ ਕੈਦ ਤੋਂ ਛਡਾਉਣ ਵਾਲੇ। ਗੁਰੂ ਸਾਹਿਬ ਆਖਦੇ ਨੇ, ਨਾਨਕ ਦੀ ਤਾਂ ਇਹੀ ਬੇਨਤੀ ਹੈ, ਇਹੀ ਅਰਦਾਸ ਹੈ ਵਾਹਿਗੁਰੂ ਜੀ ਤੁਹਾਡੇ ਚਰਨਾਂ ਵਿੱਚ, ਵੀ ਹੇ ਮਾਇਆ ਦੇ ਬੰਧਨਾਂ ਤੋਂ ਛਡਾਉਣ ਵਾਲੇ ਮੇਰੇ ਮਾਲਕ, ਨਾਨਕ ਨੂੰ ਮਾਇਆ ਦੇ ਮੋਹ ਤੋਂ ਬਚਾ ਲਵੋ। ਤੂੰ ਨਾਨਕ ਦੀ ਰੱਖਿਆ ਕਰ, ਮੇਰੀਆਂ ਬੇੜੀਆਂ ਕੱਟਣ ਵਾਲੇ ਮਾਲਕ ਮੇਰੇ ਤੇ ਕਿਰਪਾ ਕਰੋ, ਮੈਨੂੰ ਆਪਣੇ ਚਰਨਾਂ ਦੇ ਨਾਲ ਜੋੜ ਲਵੋ। ਦੇਖੋ, ਗੁਰੂ ਸਾਹਿਬ ਨੇ ਸਾਨੂੰ ਸਪਸ਼ਟ ਤੌਰ ਤੇ ਸਮਝਾ ਦਿੱਤਾ ਹੈ ਭਾਈ, ਵੀ ਐਸੇ ਮਾੜੇ ਕਰਮ ਨਾ ਕਰ। ਪਹਿਲਾਂ ਵੀ ਅਰਜ਼ ਕੀਤੀ ਹੈ ਭਾਈ, ਵੀ ਤੇਰੇ ਕੋਲ ਫਲ ਨਾ ਖਾਧਾ ਜਾਏ, ਤੂੰ ਲੋਕਾਂ ਨੂੰ ਫਿਰ ਦੋਸ਼ ਮੜਦਾ ਫਿਰੇ। ਚੰਗੇ ਕਰਮ ਕਰ ਵੀ ਤੈਨੂੰ ਚੰਗੇ ਫਲ ਦੀ ਪ੍ਰਾਪਤੀ ਹੋਵੇ, ਤੇ ਮਾਲਕ ਦੇ ਨਾਲ ਜੁੜਿਆ ਰਹੋ। ਮਾਲਕ ਦੇ ਨਾਲ ਜੁੜਿਆ ਰਵੇਂਗਾ ਭਾਈ, ਮਾਲਕ ਨੇ ਤੇਰਾ ਵਾਲ ਨਹੀਂ ਵਿੰਗਾ ਹੋਣ ਦੇਣਾ। ਭਾਈ ਜੇ ਮਾਲਕ ਦੇ ਨਾਲ ਸਾਂਝ ਟੁੱਟ ਗਈ, ਵਿਛੋੜਾ ਪੈ ਗਿਆ, ਫਿਰ ਭਾਈ ਜਨਮਾਂ ਜਨਮਾਂਤਰਾਂ ਦੇ ਦੁੱਖ ਭਾਈ ਤੈਨੂੰ ਆ ਕੇ ਚੁੰਮੜ ਜਾਣਗੇ। ਸੋ ਗੁਰੂ ਸਾਹਿਬ ਨੇ ਸਾਨੂੰ ਬਹੁਤ ਸੋਹਣੇ ਢੰਗ ਦੇ ਨਾਲ ਸਮਝਾ ਦਿੱਤਾ ਹੈ ਵੀ ਕੇਵਲ ਤਾਂ ਕੇਵਲ ਦੁਨਿਆਵੀ ਪਦਾਰਥਾਂ ਤੱਕ ਸੀਮਤ ਨਾ ਰਹਿ, ਵੀ ਦੁਨਿਆਵੀ ਪਦਾਰਥ ਨੂੰ ਵਾਹਿਗੁਰੂ ਨੇ ਦਿੱਤੇ ਨੇ, ਵਾਹਿਗੁਰੂ ਨੇ ਤੈਨੂੰ ਬੇਅੰਤ ਦਾਤਾਂ ਦੇ ਕੇ ਨਿਵਾਜਿਆ। ਸਭ ਕੁਝ ਮਾਲਕ ਦਾ ਹੀ ਹੈ। ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ। ਤਿਨ ਹੀ ਸੁਣਿਆ ਦੁੱਖ ਸੁਖ ਮੇਰਾ ਤੋ ਬਿਦ ਨੀਕੀ ਕਟਾਨੀ। ਸਭ ਕੁਝ ਮਾਲਕ ਦਾ ਹੈ, ਫਿਰ ਤੇਰਾ ਫਰਜ਼ ਬਣਦਾ ਹੈ ਉਸ ਮਾਲਕ ਨੂੰ ਯਾਦ ਕਰ, ਵਾਹਿਗੁਰੂ ਦੀ ਇਬਾਦਤ ਕਰ, ਕੋਟਾਨ ਕੋਟ ਸ਼ੁਕਰਾਨਾ ਕਰ ਮਾਲਕ ਦਾ, ਜਿਹਨੇ ਤੈਨੂੰ ਇੰਨਾ ਕੁਝ ਦਿੱਤਾ ਹੈ। ਪਰ ਜੇ ਲੈ ਕੇ ਮਾਲਕ ਨੂੰ ਭੁਲਾ ਬੈਠਾ, ਫਿਰ ਭਾਈ ਤੇਰੇ ਕੋਲੋਂ ਫਲ ਜਿਹੜਾ ਤੈਨੂੰ ਮਿਲਣਾ ਹੈ ਨਾ, ਉਹ ਤੇਰੇ ਕੋਲੋਂ ਖਾਧਾ ਨਹੀਂ ਜਾਣਾ। ਸੋ ਵਾਹਿਗੁਰੂ ਅੱਗੇ ਅਰਦਾਸ ਕਰੀਏ, ਜੋ ਉਪਦੇਸ਼ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਾਡੇ ਲਈ ਅੰਕਿਤ ਕੀਤਾ ਹੈ, ਸਾਨੂੰ ਬਖਸ਼ਿਆ, ਜੋ ਹੁਕਮ ਕੀਤਾ ਇਸ ਮਹੀਨੇ ਦੇ ਰਾਹੀਂ, ਉਸ ਹੁਕਮ ਨੂੰ ਅਸੀਂ ਆਪਣੇ ਮਨ ਅੰਦਰ ਵਸਾ ਸਕੀਏ, ਉਸ ਹੁਕਮ ਨੂੰ ਕਮਾ ਸਕੀਏ, ਗੁਰੂ ਸਾਹਿਬ ਦੇ ਹੁਕਮ ਅਨੁਸਾਰ, ਗੁਰੂ ਸਾਹਿਬ ਦੀ ਰਜ਼ਾ ਅਨੁਸਾਰ ਆਪਣਾ ਜੀਵਨ ਬਤੀਤ ਕਰ ਸਕੀਏ। ਤੇ ਅਰਦਾਸ ਕਰੀ ਵਾਹਿਗੁਰੂ ਅੱਗੇ, ਸਤਿਗੁਰੂ ਜੀ ਕਿਰਪਾ ਕਰਿਓ, ਆਪਣੇ ਚਰਨਾਂ ਦੇ ਨਾਲ ਜੋੜੀ ਰੱਖੇ ਹੋ ਵਾਹਿਗੁਰੂ ਜੀ। ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ। ਹੇ ਵਾਹਿਗੁਰੂ ਤੁਹਾਡੇ ਦੁਆਰੇ ਤੇ ਆਇਆ, ਸਗਲ ਦੁਆਰ ਕੋ ਛਾੜ ਕੇ ਗਇਓ ਤੁਹਾਰੋ ਦੁਆਰ। ਬਾਹੇ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਦੁਆਰੇ ਤੇ ਆਇਆਂ ਦੀ ਹੇ ਵਾਹਿਗੁਰੂ ਜੀ ਲਾਜ ਰੱਖ ਲਿਓ।
ਸੋ ਭੁਲਾਂ ਚੁੱਕਾਂ ਦੀ ਖਿਮਾ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।